ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੜਤਾਲ ਗਾਇਨ ਸ਼ੈਲੀ ਬਾਰੇ ਜ਼ਿਕਰ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜਤਾਲ ਸਿਰਲੇਖ ਹੇਠ ਬਹੁਤ ਸਾਰੇ ਸ਼ਬਦ ਦਰਜ ਮਿਲਦੇ ਹਨ। ਪੜਤਾਲ ਗੁਰਬਾਣੀ ਸੰਗੀਤ ਦੀ ਇੱਕ ਅਦੁੱਤੀ ਅਤੇ ਵਿਲੱਖਣ ਗਾਇਨ ਸ਼ੈਲੀ ਹੈ। ਇਸ ਗਾਇਨ ਸ਼ੈਲੀ ਨੂੰ ਗਾਇਨ ਦੀ ਪਰੰਪਰਾ ਕੇਵਲ ਗੁਰਮਤਿ ਸੰਗੀਤ ਵਿੱਚ ਹੀ ਪ੍ਰਚਲਿਤ ਹੈ। ਇਸ ਸੰਬੰਧੀ ਪ੍ਰਚਲਿਤ ਧਾਰਨਾਵਾਂ ਤੋਂ ਪੜਤਾਲ ਦੇ ਮੁੱਖ ਲੱਛਣ ਸਰਬ ਪ੍ਰਵਾਨਿਤ ਹਨ। ਨੰਬਰ 1, ਪੜਤਾਲ ਦਾ ਅਰਥ ਹੈ ਪਰਤ ਤਾਲ, ਭਾਵ ਜਿਸ ਸ਼ਬਦ ਰੀਤ ਵਿੱਚ ਤੁਕ ਤੁਕ ਤੇ ਤਾਲ ਪਰਤਦਾ ਰਹੇ ਉਹੀ ਪੜਤਾਲ ਹੈ। ਨੰਬਰ 2, ਪੜਤਾਲ ਤੋਂ ਭਾਵ ਹੈ ਪਛ ਤਾਲ, ਅਰਥਾਤ ਪੜਤਾਲ ਅਧੀਨ ਕਿਸੇ ਸ਼ਬਦ ਦੇ ਅੰਤਰਿਆਂ ਲਈ ਵੱਖ-ਵੱਖ 5 ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਸਥਾਈ ਲਈ ਤਾਲ ਇੱਕੋ ਹੀ ਰਹਿੰਦਾ ਹੈ। ਪੜਤਾਲ ਨੂੰ 4 ਤਾਲ ਦਾ ਭੇਦ ਪੜਤਾਲ ਨਹੀਂ ਮੰਨਿਆ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੜਤਾਲ ਦੇ ਸੰਬੰਧ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਸਿਰਲੇਖ ਅੰਕਿਤ ਕੀਤੇ ਗਏ ਹਨ, ਜਿਵੇਂ ਆਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ, ਸਾਰਗ ਮਹੱਲਾ ਚੌਥਾ ਘਰ 5ਵਾਂ ਦੁਪਦੇ ਪੜਤਾਲ, ਕਾਂਦੜਾ ਮਹੱਲਾ ਚੌਥਾ ਪੜਤਾਲ ਘਰ 5ਵਾਂ। ਉਪਰੋਕਤ ਸਿਰਲੇਖਾਂ ਤੋਂ ਸਪਸ਼ਟ ਹੈ ਕਿ ਰਾਗ, ਮਹੱਲਾ, ਘਰ, ਕਾਵਿ ਰੂਪ ਅਤੇ ਪੜਤਾਲ ਵੱਖੋ ਵੱਖਰੇ ਸੰਕੇਤ ਹਨ। ਇਸ ਲਈ ਪੜਤਾਲ ਨੂੰ ਵੱਖ-ਵੱਖ 5 ਤਾਲਾਂ ਦੇ ਅੰਤਰਗਤ ਗਾਇਨ ਕਰਨਾ ਚਾਹੀਦਾ ਹੈ। ਕੁਝ ਰਾਗੀ ਸਿੰਘ ਇਹ ਵਿਚਾਰ ਮੰਨਦੇ ਹਨ ਕਿ ਪੜਤਾਲ ਗਾਇਨ ਸ਼ੈਲੀ ਦਾ ਆਰੰਭ 5 ਤਾਲੀ ਸਵਾਰੀ ਤੋਂ ਹੀ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਨੂੰ ਛੱਡ ਕੇ ਸਰਬ ਪ੍ਰਵਾਨਿਤ ਵਿਚਾਰ ਅਨੁਸਾਰ ਇਸ ਸ਼ੈਲੀ ਵਿੱਚ ਤਾਲਾਂ ਦਾ ਪ੍ਰਤਾਪ ਅਤੇ ਤਾਲਾਂ ਦੀ ਗਿਣਤੀ 5 ਹੋਣੀ ਚਾਹੀਦੀ ਹੈ। ਪੜਤਾਲ ਦੀ ਰਹਾਉ ਵਾਲੀ ਤੁਕ ਨੂੰ ਕਿਸੇ ਵੀ ਇੱਕ ਤਾਲ ਵਿੱਚ ਨਿਬੱਧ ਕਰ ਲਿਆ ਜਾਂਦਾ ਹੈ। ਬਾਕੀ ਤੁਕਾਂ ਨੂੰ ਅਲੱਗ-ਅਲੱਗ ਤਾਲਾਂ ਦੇ ਅੰਤਰਗਤ ਵੱਖ-ਵੱਖ ਅੰਤਰਿਆਂ ਦੇ ਰੂਪ ਵਿੱਚ ਗਾਇਨ ਕਰਕੇ ਸਥਾਈ ਵੱਲ ਤਾਲ ਵਿੱਚ ਵਾਪਸ ਪਰਤਿਆ ਜਾਂਦਾ ਹੈ। ਇਸ ਸਾਰੀ ਪ੍ਰਕਿਰਿਆ ਦੌਰਾਨ ਪੜਤਾਲ ਦਾ ਰਾਗ ਇੱਕ ਹੀ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ ਵਿਭਿੰਨ ਰਾਗਾਂ ਅਧੀਨ ਸ੍ਰੀ ਗੁਰੂ ਰਾਮਦਾਸ ਜੀ ਦੀਆਂ 19 ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 36 ਪੜਤਾਲਾਂ 11 ਰਾਗਾਂ ਅਧੀਨ ਉਪਲਬਧ ਹੁੰਦੀਆਂ ਹਨ। ਇਹਨਾਂ ਪੜਤਾਲ ਰਚਨਾਵਾਂ ਦੇ ਕਾਵਿ ਰੂਪ ਦਾ ਅਧਿਐਨ ਕਰਨ 'ਤੇ ਸਹਿਜ ਹੀ ਗਿਆਤ ਹੁੰਦਾ ਹੈ ਕਿ ਇਹਨਾਂ ਰਚਨਾਵਾਂ ਦੀਆਂ ਪੰਕਤੀਆਂ ਸਧਾਰਨ ਤੌਰ 'ਤੇ ਨਿਵੇਕਲੀ ਕਿਸਮ ਦੀ ਤਰਤੀਬ ਦੀਆਂ ਧਾਰਨੀ ਹਨ। ਪੜਤਾਲ ਰਚਨਾ ਵਿੱਚ ਇੱਕ ਖਾਸ ਕਿਸਮ ਦੀ ਲਿਆਤਮਕਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹ ਲਿਆਤਮਕਤਾ ਪੜਤਾਲ ਦੀ ਬਾਣੀ ਦੀ ਤੁਕਾਂ ਨਾਲੋਂ ਭਿੰਨਤਾ ਅਤੇ ਵਿਲੱਖਣਤਾ ਦਰਸਾਉਂਦੀ ਹੈ। ਭਾਰਤੀ ਸੰਗੀਤ ਕੋਸ਼ ਦਰਜ ਮਿਰਦੰਗ ਆਦਿ ਬੋਲਾਂ ਦੇ ਧਾਰਨੀ ਕਾਵਿ ਬੋਲਾਂ ਵਾਲੀ ਰਚਨਾ ਨੂੰ ਪੜਤਾਲ ਕਿਹਾ ਜਾਂਦਾ ਹੈ, ਪਰ ਗੁਰਮਤਿ ਸੰਗੀਤ ਵਿੱਚ ਵਿਵਹਾਰਿਕ ਤੌਰ 'ਤੇ ਪ੍ਰਚਲਿਤ ਪੜਤਾਲ ਗਾਇਨ ਅਧੀਨ ਵਿਭਿੰਨ ਤਾਲਾਂ ਦਾ ਪ੍ਰਯੋਗ ਪੜਤਾਲ ਦੀ ਬਾਣੀ ਵਿਚਲੀ ਲਿਆਤਮਕਤਾ ਅਤੇ ਤਾਲ ਮੁਖਤਾ ਦਾ ਇੱਕ ਹੋਰ ਸਪਸ਼ਟ ਪ੍ਰਮਾਣ ਹੈ। ਕੁਝ ਰਾਗੀ ਸਿੰਘ ਪੜਤਾਲ ਦਾ ਗਾਇਨ 5 ਤਾਲਾਂ ਵਿੱਚ ਹੀ ਜ਼ਰੂਰੀ ਮੰਨਦੇ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੁਝ ਪੜਤਾਲਾਂ ਦੇ ਅੰਤਰੇ ਦੀਆਂ ਤੁਕਾਂ 2 ਜਾਂ 3 ਵੀ ਮਿਲਦੀਆਂ ਹਨ। ਉਦਾਹਰਨ ਦੇ ਤੌਰ 'ਤੇ ਜੇ ਅਸੀਂ ਦੇਖਦੇ ਹਾਂ, ਰਾਗ ਮਲਹਾਰ ਅਧੀਨ ਪੜਤਾਲਾਂ ਇਸ ਤਰ੍ਹਾਂ ਦਰਜ ਹਨ: ਘਨ ਗਰਜਤ ਗੋਬਿੰਦ ਰੂਪ ਮਲਹਾਰ ਮਹੱਲਾ ਪੰਜਵਾਂ, ਬਰਸ ਸਰਸ ਆ ਗਿਆ ਮਲਹਾਰ ਮਹੱਲਾ ਪੰਜਵਾਂ। ਪੜਤਾਲ ਇੱਕ ਕਠਿਨ ਗਾਇਨ ਸ਼ੈਲੀ ਹੈ। ਪੜਤਾਲ ਦੇ ਗਾਇਨ ਲਈ ਗਾਇਕ ਨੂੰ ਜਿੱਥੇ ਜ਼ਿਆਦਾ ਅਭਿਆਸ ਦੀ ਜ਼ਰੂਰਤ ਹੈ, ਉੱਥੇ ਧਰੁਪਦ, ਧਮਾਰ ਅਤੇ ਹੋਰ ਗਾਇਨ ਸ਼ੈਲੀਆਂ ਦਾ ਗਿਆਨ ਵੀ ਜ਼ਰੂਰੀ ਹੈ, ਕਿਉਂ ਜੋ ਇਸ ਵਿਚਲੀ ਗਾਇਕੀ ਦੀਆਂ ਭਿੰਨ-ਭਿੰਨ ਪਰਤਾਂ ਵਿੱਚ ਇਹਨਾਂ ਗਾਇਨ ਸ਼ੈਲੀਆਂ ਦੇ ਰੰਗ ਵੀ ਨਜ਼ਰ ਆਉਂਦੇ ਹਨ। ਰਿਆਜ਼ ਨਾਲ ਤਾਲਾਂ ਦਾ ਬਦਲਾਵ ਸਹਿਜ ਰੂਪ ਵਿੱਚ ਹੋ ਸਕਦਾ ਹੈ ਅਤੇ ਗੁਰਮਤਿ ਸੰਗੀਤ ਅਨੁਸਾਰ ਸ਼ਬਦ ਪ੍ਰਧਾਨ ਗਾਇਕੀ ਦੇ ਲਕਸ਼ ਦੀ ਪ੍ਰਾਪਤੀ ਹੋ ਸਕਦੀ ਹੈ। ਉਪਰੋਕਤ ਵਿਸ਼ਲੇਸ਼ਣ ਤੋਂ ਪੜਤਾਲ ਗਾਇਨ ਦੇ ਨਿਵੇਕਲੇ ਸਰੂਪ ਦਾ ਅਭਿਆਸ ਸਹਿਜ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਪੜਤਾਲ ਗਾਇਕੀ ਜਿੱਥੇ ਕਲਾਤਮਕ ਉੱਚਤਾ ਦੀ ਧਾਰਨੀ ਹੈ,
ਉੱਥੇ ਇਹ ਭਰਪੂਰ ਰਿਆਜ਼, ਅਮੀਰ ਆਵਾਜ਼ਾਂ ਅਤੇ ਸੰਗੀਤ ਦਾ ਉੱਤਮ ਗਿਆਨ ਚਾਹੁੰਦੀ ਹੈ। ਗੁਰਮਤਿ ਸੰਗੀਤ ਦਾ ਇਹ ਵਿਲੱਖਣ ਗਾਇਨ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਗਾਇਨ ਮੁਖੀ ਸੁਭਾਅ ਨੂੰ ਪੂਰਨ ਰੂਪ ਵਿੱਚ ਉਜਾਗਰ ਕਰਦਾ ਹੈ ਅਤੇ ਇਸ ਨੂੰ ਸਿੱਧੇ ਤੌਰ 'ਤੇ ਸੰਗੀਤ ਨਾਲ ਜੋੜਦਾ ਹੈ। ਅੱਜ ਕੱਲ੍ਹ ਪੜਤਾਲ ਗਾਇਨ ਸ਼ੈਲੀ ਵੱਡੇ ਵੱਡੇ ਸ਼ਹਿਰਾਂ ਵਿੱਚ ਜਦੋਂ ਕੀਰਤਨ ਰਾਗ ਦਰਬਾਰ ਕਰਵਾਇਆ ਜਾਂਦਾ ਹੈ ਤਾਂ ਹੀ ਗਾਇਨ ਕੀਤਾ ਜਾਂਦਾ ਹੈ, ਜਾਂ ਸਕੂਲਾਂ ਕਾਲਜਾਂ ਵਿੱਚ ਜਦੋਂ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਇਸ ਪੜਤਾਲ ਗਾਇਨ ਸ਼ੈਲੀ ਨੂੰ ਗਾਇਆ ਜਾਂਦਾ ਹੈ। ਮੈਂ ਰਾਗੀ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਗਾਇਨ ਸ਼ੈਲੀ ਪੜਤਾਲ ਨੂੰ ਵੀ ਵੱਧ ਤੋਂ ਵੱਧ ਗਾਇਨ ਕਰਿਆ ਕਰਨ। ਇਸ ਦੇ ਨਾਲ ਨਾਲ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਨੂੰ ਗੁਰੂ ਜੀ ਦੀ ਦੱਸੀ ਮਰਿਆਦਾ ਅਨੁਸਾਰ ਕੀਰਤਨ ਸਰਵਣ ਕਰਿਆ ਕਰਨ, ਕੰਨ ਰਸ ਤੋਂ ਉਤਾਂਹ ਉੱਠ ਕੇ ਆਤਮਿਕ ਆਨੰਦ ਲਿਆ ਕਰਨ, ਤਾਂ ਜੋ ਰਾਗੀ ਸਿੰਘਾਂ ਨੂੰ ਵੀ ਉਤਸ਼ਾਹ ਮਿਲੇ ਕਿ ਸੰਗਤ ਵੀ ਪੜਤਾਲ ਗਾਇਨ ਸ਼ੈਲੀ ਨੂੰ ਸੁਣਨ ਦੇ ਚਾਹਵਾਨ ਹਨ। ਅਸੀਂ ਵੀ ਰੋਜ਼ਾਨਾ ਗਾਇਆ ਕਰੀਏ। ਸੋ ਅੰਤ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਪੜਤਾਲ ਸ਼ਬਦ ਨੂੰ ਵੱਖ-ਵੱਖ ਤਾਲਾਂ ਵਿੱਚ ਗਾਇਨ ਕਰਨ ਨੂੰ ਪੜਤਾਲ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।